Hello students, this is Ajitpal Singh and today we will start the first chapter of physics of 10th class, which is your electricity. So electricity, we will answer 3 questions in this chapter. What is electricity? How and why? How means how this phenomena work, and why means why we have to read the electricity. So in this chapter we will move to what means basic definitions, how means all the phenomena related to electricity, and why means application of electricity. So first of all, I want to ask you a question. What thing comes into your mind when you hear the word electricity? The things which comes into your mind is a fan, or a tube light, or a television, or a freezer, or a geyser. Yeah, these are the things which comes into your mind. So basically you do not know what is electricity, you only know the gadgets to which electricity comes to play. ਜਿਹੜੇ ਗੈਜਟਸ ਨਾਲ ਬੇਟਾ ਇਲੈਕਟ੍ਰਿਸਿਟੀ ਕੰਮ ਕਰਦੀ ਹੈ, ਤੁਹਾਨੂੰ ਜਸਟ ਉਹ ਚੀਜ਼ਾਂ ਪਤਾ ਨੇ, ਤੁਹਾਨੂੰ ਐਪਲੀਕੇਸ਼ਨਸ ਜ਼ਿਆਦਾ ਪਤਾ ਨੇ। ਤੁਹਾਨੂੰ ਇਲੈਕਟ੍ਰਿਸਿਟੀ ਦਾ ਫੰਡਾਮੈਂਟਸ ਕੀ ਸੀਗੇ, ਕਿੱਥੋਂ ਸ਼ੁਰੂ ਹੋਈ, ਕਦੋਂ ਬੰਦੇ ਦੀ ਕਿਉਰਿਓਸਿਟੀ ਸ਼ੁਰੂ ਹੋਈ ਇਲੈਕਟ੍ਰਿਸਿਟੀ ਦੇ ਵਿੱਚ, ਜਾਂ ਕਦੋਂ ਕੀ ਗੱਲ ਹੋਈ, ਉਹ ਤੁਹਾਨੂੰ ਨਹੀਂ ਪਤਾ। ਕੀ ਫੰਡਾਮੈਂਟਲ ਥਿੰਗਸ ਨੇ ਇਲੈਕਟ੍ਰਿਸਿਟੀ ਦੀਆਂ, ਉਹਨਾਂ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਬੇਟਾ ਇਲੈਕਟ੍ਰਿਸਿਟੀ ਨਾ ਬੇਸਿਕਲੀ ਇਹਦੀਆਂ 2 ਬ੍ਰਾਂਚਿਸ ਸੀਗੀਆਂ। ਸਭ ਤੋਂ ਪਹਿਲਾਂ ਤਾਂ ਆਪਾਂ ਬ੍ਰਾਂਚਿਸ ਦੀ ਗੱਲ ਕਰਦੇ ਹਾਂ। ਉਹ 2 ਬ੍ਰਾਂਚਿਸ ਨੇ, ਇਲੈਕਟ੍ਰੋਸਟੈਟਸ ਐਂਡ ਇਲੈਕਟ੍ਰੋਡਾਇਨਾਮਿਕਸ। ਬੇਟਾ ਜਿਹੜਾ ਇਲੈਕਟ੍ਰੋਸਟੈਟਸ ਆ ਨਾ, ਉਹ 10th ਦਾ ਪਾਰਟ ਨਹੀਂ ਹੈਗਾ, ਤੇ ਉਹਦੇ ਵਿੱਚ ਆਪਾਂ ਸਟੇਬਲ ਚਾਰਜਸ ਦੀ ਗੱਲ ਕਰਦੇ ਹਾਂ, ਨੌਨ ਮੋਟਾਈਲ ਚਾਰਜਸ ਦੀ ਗੱਲ ਕਰਦੇ ਹਾਂ। ਕਿਹਨਾਂ ਦੀ ਗੱਲ ਕਰਦੇ ਹਾਂ ਬੇਟਾ ਜੀ? ਇਲੈਕਟ੍ਰੋਸਟੈਟਸ ਨੌਨ ਮੋਟਾਈਲ ਚਾਰਜਸ ਜਾਂ ਸਟੇਸ਼ਨਰੀ ਚਾਰਜਸ। ਠੀਕ ਹੈ ਜੀ। ਇਲੈਕਟ੍ਰੋਡਾਇਨਾਮਿਕਸ, ਡਾਇਨਾਮਿਕਸ ਦਾ ਮਤਲਬ ਹੀ ਹੁੰਦਾ ਮੂਵਮੈਂਟ। ਸੋ ਮੋਟਾਈਲ ਚਾਰਜ, ਹੁਣ ਤੁਹਾਡੇ ਦਿਮਾਗ 'ਚ ਇੱਕ ਗੱਲ ਆਈ ਰਹੀ, ਵਾਟ ਡੂ ਯੂ ਮੀਨ ਬਾਈ ਚਾਰਜ? ਇਹ ਆਉਣੀ ਚਾਹੀਦੀ ਆ। ਚਾਰਜ ਦਾ ਮਤਲਬ ਕੀ ਹੈ ਬੇਟਾ? ਚਾਰਜ ਕਿਸੇ ਬੋਡੀ ਦੀ ਇੱਕ ਐਸੀ ਪ੍ਰੋਪਰਟੀ ਆ ਜਿਸ ਦੇ ਕਰਕੇ ਜਦੋਂ ਆਪਾਂ ਬੋਡੀ ਨੂੰ ਕਿਸੇ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉੱਥੇ ਉਹ ਫੋਰਸ ਫੀਲ ਕਰਦੀ ਆ। ਉੱਥੇ ਉਹ ਚੀਜ਼ ਕੀ ਫੀਲ ਕਰਦੀ ਆ? ਉਹ ਬੋਡੀ ਕੀ ਫੀਲ ਕਰਦੀ ਆ? ਫੋਰਸ ਫੀਲ ਕਰਦੀ ਆ। ਤੇ ਚਾਰਜ ਬਾਰੇ ਸਭ ਤੋਂ ਪਹਿਲਾਂ ਕਦੋਂ ਪਤਾ ਲੱਗਿਆ ਸੀ? ਚਾਰਜ ਬਾਰੇ ਸਭ ਤੋਂ ਪਹਿਲਾਂ ਬੇਟਾ ਕੈਥੋਡ ਰੇ ਐਕਸਪੈਰੀਮੈਂਟ ਤੋਂ ਪਤਾ ਲੱਗਿਆ ਸੀਗਾ। ਠੀਕ ਹੈ। ਤੇ ਜ਼ਿਆਦਾਤਰ ਇਹਨੂੰ ਐਕਸਪਲੇਨ ਕਿਹਨੇ ਕੀਤਾ? ਜਦੋਂ ਆਪਾਂ ਐਟਮਸ ਦੇ ਸਟਰਕਚਰ ਦੀ ਗੱਲ ਕਰਦੇ ਹਾਂ 9th ਕਲਾਸ ਦੇ ਵਿੱਚ, ਉਦੋਂ ਆਪਾਂ ਇੱਕ ਗੱਲ ਕਹਿੰਦੇ ਹਾਂ, ਜੇ ਥਾਮਸਨ ਨੇ ਸਭ ਤੋਂ ਪਹਿਲਾਂ ਕਿਹਾ ਵੀ ਜਿਹੜਾ ਐਟਮ ਹੁੰਦਾ ਉਹ ਇਲੈਕਟ੍ਰੀਕਲੀ ਨਿਊਟਰਲ ਹੁੰਦਾ। ਇਲੈਕਟ੍ਰੀਕਲੀ ਨਿਊਟਰਲ ਐਟਮ ਦਾ ਮਤਲਬ ਕੀ ਹੋ ਗਿਆ ਕਿ ਉਹਦੇ ਵਿੱਚ ਚਾਰਜਸ ਤਾਂ ਹੁੰਦੇ ਨੇ, ਚਾਰਜਸ ਦਾ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀਗਾ, ਪਰ ਉਹ ਬਰਾਬਰ ਹੁੰਦੇ ਨੇ। ਜਿੰਨੇ ਪੋਜ਼ਿਟਿਵ ਚਾਰਜ ਨੇ ਉਨੇ ਹੀ ਕੀ ਨੇ? ਨੈਗੇਟਿਵ ਚਾਰਜ ਨੇ ਬੇਟਾ ਉਹਦੇ ਵਿੱਚ। ਠੀਕ ਹੈ ਜੀ। ਤਾਂ ਇਹ ਚੀਜ਼ ਆਪਾਂ ਨੂੰ ਪਤਾ ਲੱਗ ਗਈ ਸੀਗੀ। ਤਾਂ ਜਦੋਂ ਆਪਾਂ ਜੇ ਥਾਮਸਨ ਦੀ ਇਸ ਚੀਜ਼ ਤੋਂ ਅੱਗੇ ਗਏ ਤਾਂ ਇਲੈਕਟ੍ਰਿਸਿਟੀ ਆ ਨਾ, ਜਿਹੜੀ ਇਲੈਕਟ੍ਰਿਸਿਟੀ ਦਾ ਜਿਹੜਾ ਕਨਸੈਪਟ ਆ ਉਹ 1800 ਦੇ ਵਿੱਚ ਸ਼ੁਰੂ ਹੋ ਚੁੱਕਿਆ ਸੀਗਾ ਵਿਦ ਦਾ ਹੈਲਪ ਆਫ ਵੋਲਟਾਇਕ ਸੈੱਲ। ਉਹਨੇ ਕੀ ਕਿਹਾ? ਕਹਿੰਦਾ ਚਾਰਜਸ ਜਦੋਂ ਕਿਸੇ ਸਰਕਿਟ ਦੇ ਵਿੱਚ ਮੂਵ ਕਰਦੇ ਨੇ, ਸਰਕਿਟ ਕੀ ਆ? ਜਦੋਂ ਆਪਾਂ ਵਾਇਰ ਲਾ ਦਿੰਦੇ ਹਾਂ, ਚਾਰਜਸ ਜਦੋਂ ਮੂਵ ਕਰਦੇ ਨੇ ਤਾਂ ਇੱਕ ਧਾਰਾ ਪੈਦਾ ਹੁੰਦੀ ਆ। ਤਾਂ ਇੱਕ ਕੀ ਪੈਦਾ ਹੁੰਦੀ ਆ ਬੇਟਾ? ਧਾਰਾ। ਉਹ ਧਾਰਾ ਕੀ ਆ? ਕਰੰਟ। ਕਰੰਟ ਦਾ ਮਤਲਬ ਕੀ ਹੁੰਦਾ? ਫਲੋ ਹੁੰਦਾ ਨਾ ਕਰੰਟ ਦਾ ਮਤਲਬ। ਤਾਂ ਕਰੰਟ ਕਾਫੀ ਤਰ੍ਹਾਂ ਦੇ ਹੁੰਦੇ ਨੇ, ਇਲੈਕਟ੍ਰਿਕ ਕਰੰਟ ਹੋ ਗਿਆ, 에ਅਰ ਕਰੰਟ ਹੋ ਗਿਆ, ਜਾਂ ਵਾਟਰ ਕਰੰਟ ਹੋ ਗਿਆ। ਤਾਂ ਜਿਹੜਾ ਇਲੈਕਟ੍ਰਿਕ ਕਰੰਟ ਆ, ਇਹਦੇ ਸ਼ਬਦ ਤੋਂ ਆਪਾਂ ਨੂੰ ਕਲੀਅਰ ਹੁੰਦਾ ਹੈ ਵੀ ਇਹ ਚੀਜ਼ ਆ ਜਿਹੜੀ ਇਹ ਇਲੈਕਟ੍ਰਿਸਿਟੀ ਨਾਲ ਡੀਲ ਕਰਦੀ ਹੋਊਗੀ। ਤੇ ਜਿਹੜਾ ਆਪਾਂ 10th ਕਲਾਸ ਦੇ ਵਿੱਚ ਕਰਨਾ, 10th ਕਲਾਸ ਦੇ ਵਿੱਚ ਆਪਾਂ ਇਲੈਕਟ੍ਰੋਡਾਇਨਾਮਿਕਸ ਪੜ੍ਹਨੀਆਂ ਨੇ, ਜਿਹਦੇ ਵਿੱਚ ਆਪਾਂ ਮੂਵਿੰਗ ਇਲੈਕਟ੍ਰਿਕ
करंट की गल करांगे। करंट का मतलब फ्लो, मूविंग इलैक्ट्रॉन्स की गल करांगे। इलैक्ट्रिक करंट, इलैक्ट्रिक करंट, इलैक्ट्रिक मतलब रिलेटेड टू इलैक्ट्रॉन्स। करंट का मतलब बेटा फ्लो, तो फ्लो रिलेटेड टू इलैक्ट्रॉन्स इज कॉल्ड इलैक्ट्रिक करंट। पर इत्थे एक चीज़ आप मिस कर रहे हो, जो आप डेफिनेशन इलैक्ट्रिक करंट की लिखन लगी तो आप कई बार कह दें करंट। इत्थे बेसिकली जिहड़ा मैं करंट लिखूंगा या फिर मैं इलैक्ट्रिक करंट बोलूँगा या फिर मैं इलैक्ट्रिक नहीं भी बोलूँगा, क्योंकि आप इलैक्ट्रिसिटी चैप्टर के विच तो बाय डिफॉल्ट इलैक्ट्रिक करंट ही मन्निया जाएगा। ठीक है, तुसी होर किसी करंट की गल नहीं उरे करनी। करंट आप कह दें फ्लो ऑफ इलैक्ट्रॉन। ठीक है जी, चलो फ्लो ऑफ इलैक्ट्रॉन्स। पर इत्थे एक फंडामेंटल मिसटेक है इस चीज़ दे विच। आपां नूं पता फिजिक्स दे विच आपां की गल करदे आ, अपने कोल एक डिपेंडेंट आइडेंटिटी हुंदी आ, एक इंडिपेंडेंट आइडेंटिटी हुंदी आ। डिपेंडेंट आइडेंटिटी ਜਿਹੜੀ ਕਿਸੇ ਚੀਜ਼ ਤੇ ਡਿਪੈਂਡ ਕਰਦੀ ਹੈ, ਇੰਡੀਪੈਂਡੈਂਟ ਜਿਹੜੀ ਕਿਸੇ ਚੀਜ਼ ਤੇ ਡਿਪੈਂਡ ਨਹੀਂ ਕਰਦੀ, ਜਿਹੜੀ ਆਪਦੇ ਆਪ ਵਿੱਚ ਹੀ ਸੰਪੂਰਨ ਹੈ, ਉਹਦੇ ਹਿਸਾਬ ਨਾਲ ਆਪਾਂ ਕਰੰਟ ਦੀ ਗੱਲ ਕਰਾਂਗੇ। ਉਹ ਜਿਹੜੀ ਸੰਪੂਰਨ ਆਇਡੈਂਟੀਟੀ ਹੈ ਉਹ ਹੈਗੀ ਟਾਈਮ। ਉਹ ਸੰਪੂਰਨ ਆਇਡੈਂਟੀਟੀ ਕੌਣ ਆ? ਟਾਈਮ। ਟਾਈਮ ਬੇਟਾ ਇੱਕ ਇਹੀ ਜਿਹੀ ਆਇਡੈਂਟੀਟੀ ਹੈ ਜਿਹੜੀ ਐਬਸੋਲਿਊਟ ਹੈ, ਕਿਉਂਕਿ ਟਾਈਮ ਹਮੇਸ਼ਾ ਫਲੋ ਕਰਦਾ ਹੈ। ਤੇ ਜੇ ਆਪਾਂ ਫਲੋ ਆਫ ਇਲੈਕਟ੍ਰੋਨ ਵਿਦ ਰਿਸਪੈਕਟ टू टाइम करांगे ना, तो आप एक्चुअल दे विच इलैक्ट्रिक करंट नूं डिफाइन कर रहे होवांगे, क्योंकि टाइम एक अजिही आइडेंटिटी आ जिहड़ी सारिਆਂ ਲਈ एब्सोल्यूट आ, सारिਆਂ ਲਈ बराबर मन्नी गई आ। ठीक है जी, तो इहदे हिसाब नाल इलैक्ट्रॉन का फ्लो देखना आपां। टाइम के हिसाब नाल इलैक्ट्रॉन का जो आप फ्लो देखांगे तो आप उहनूं गल करांगे वो की है, इलैक्ट्रिक करंट है। तो जे मैं डिफाइन करना होवे इलैक्ट्रिक करंट, जिहड़ा कि फंडामेंटल कॉन्स्टीट्यूएंट आ इलैक्ट्रिसिटी का, इलैक्ट्रिसिटी का फंडामेंटल कॉन्स्टीट्यूएंट कौन है? इलैक्ट्रिक करंट। तो हुण अज आपां इत्थे इलैक्ट्रिक करंट डिफाइन करने की कोशिश करदा मैं, तो मैं कहूँगा इलैक्ट्रिक करंट में बी डिफाइंड एज, या फिर सिंपली करंट में बी डिफाइंड एज फ्लो ऑफ इलेक्ट्रॉन्स और चार्ज थ्रू अ कंडक्टर। हुण आ चीज़ लिखनी बहुत जरूरी है, क्योंकि इलैक्ट्रॉन हवा च तां फ्लो कर नहीं सकते, उन्होंने फ्लो करने लई किसी फिजिकल थिंग की जरूरत है, एक जगह तो दूजी जगह तक लै जाने वास्ते। तो वो की एक कंडक्टर है, मतलब एक वायर है जिहदे विच इलैक्ट्रॉन फ्लो कर सकते हैं थ्रू अ कंडक्टर इन अ गिवन टाइम। ठीक है, या फिर इनू तुसीं कह सकते हो करंट में भी डिफाइंड एज फ्लो ऑफ इलैक्ट्रॉन थ्रू अ कंडक्टर पर यूनिट टाइम। हुण बेटा इत्थे एक गल आउंदी आ, चार्ज द फ्लो, जिन्ना ज़्यादा चार्ज फ्लो करूगा उन्ना ज़्यादा करंट फ्लो करू। इसदा मतलब जिहड़ा बेटा करंट आ तुहाडा वो डायरैक्टली प्रोपोर्शनल टू चार्ज है, दैट इज डायरैक्टली प्रोपोर्शनल टू चार्ज। ये आपां फस्ट फंडामेंट दे विच गल कीती सी, जिन्ना ज़्यादा चार्ज है, जिन्ना ज़्यादा चार्ज फ्लो करूगा उन्ना ज़्यादा ही करंट फ्लो करू। नाल मैं एक होर आइडेंटिटी की गल कीती आ, जिहदे बारे मैं तुहानूं कह रहा सीगा, वो आइडेंटिटी आ टाइम। तो मेरी एक गल का जवाब दो, जे चार्ज मैं कॉन्स्टेंट रख लिया, मान लो मैं चार्ज रख रहा 6 कूलम, बेटा कूलम इज द SI यूनिट फॉर चार्ज। क्यों? क्योंकि कूलम नाम का साइंटिस्ट सीगा, उन्हें इलैक्ट्रोस्टैट्स की गल की सी, सब तो पहले इलैक्ट्रोस्टैट्स के लाज दिते सी। इलैक्ट्रोस्टैट्स का मतलब कि चार्ज, स्टेशनरी चार्ज के ला। तो चार्ज बारे सब तो पहला गल कूलम ने की सी, तां करके उहदे ऑनर दे विच आपां चार्ज का यूनिट की करता, कूलम डिफाइन करता। तो कहता जिहड़ा एक कूलम आ, जे 6 कूलम आ, मैं चार्ज कॉन्स्टेंट रख लिया, इनू जे मैं 2 सेकंडां दे विच फ्लो करा रहा तो एक पासे मैं 4 सेकंडां दे विच फ्लो करा रहा, तो तुहानूं की लगदा किहदे विच करंट ज़्यादा फ्लो करूगा?
ਇੱਕ ਵਾਰ ਮੈਂ 2 ਸਕਿੰਟਾਂ ਦੇ ਵਿੱਚ ਫਲੋ ਕਰਾ ਰਿਹਾ, ਮਤਲਬ 6 ਕੂਲਮ ਚਾਰਜ 2 ਸਕਿੰਟਾਂ 'ਚ ਫਲੋ ਕਰ ਗਿਆ। ਠੀਕ ਹੈ ਜੀ। ਇੱਕ ਵਾਰ ਮੈਂ ਕਹਿ ਰਿਹਾ 6 ਕੂਲਮ ਚਾਰਜ 4 ਸਕਿੰਟਾਂ 'ਚ ਫਲੋ ਕਰ ਗਿਆ। ਕਰੰਟ ਕੀ 'ਚ ਜ਼ਿਆਦਾ ਲੱਗ ਰਿਹਾ ਤੁਹਾਨੂੰ? ਓਬਵੀਅਸਲੀ ਜਿੱਥੇ 2 ਸਕਿੰਟਾਂ ਦੇ ਵਿੱਚ ਫਲੋ ਕਰੂ, ਜ਼ਿਆਦਾ ਚਾਰਜ ਘੱਟ ਟਾਈਮ ਦੇ ਵਿੱਚ ਫਲੋ ਕਰੂਗਾ ਤਾਂ ਕਰੰਟ ਜ਼ਿਆਦਾ ਹੋਊਗਾ। ਇਹਦਾ ਮਤਲਬ ਬੇਟਾ ਜਿਹੜਾ ਕਰੰਟ ਹੈ ਉਹ ਇਨਵਰਸਲੀ ਪ੍ਰੋਪੋਰਸ਼ਨਲ ਟੂ ਟਾਈਮ ਹੋਊਗਾ। ਇਹ ਪ੍ਰੋਪੋਰਸ਼ਨੈਲਿਟੀ ਆਪਾਂ ਕੀਤੀ ਆ ਫਸਟ ਲੈਕਚਰ ਦੇ ਵਿੱਚ। ਜੇ ਕਰੰਟ ਜ਼ਿਆਦਾ ਤਾਂ ਟਾਈਮ ਘੱਟ ਹੋਣਾ ਚਾਹੀਦਾ, ਜੇ ਟਾਈਮ ਵੱਧ ਜਾਊਗਾ ਤਾਂ ਕਰੰਟ ਘੱਟ ਜਾਊਗਾ, ਜੇ ਚਾਰਜ ਕੌਨਸਟੈਂਟ ਰੱਖੀ ਆਪਾਂ, ਹੈ ਕਿ ਨਹੀਂ। ਤਾਂ ਇੱਥੋਂ ਆਪਾਂ ਇਹਨਾਂ ਨੂੰ ਕੰਬਾਈਨ ਕਰਦੇ ਹਾਂ। ਕੰਬੀਨੇਸ਼ਨ ਦਾ ਮਤਲਬ ਬੇਟਾ ਫਿਜ਼ਿਕਸ ਦੇ ਵਿੱਚ ਹੁੰਦਾ ਮਲਟੀਪਲਾਈ ਕਰਨਾ। ਤਾਂ ਜਿਹੜਾ ਕਰੰਟ ਹੈ ਜਦੋਂ ਮੈਂ ਦੋ ਫੈਕਟਰਸ ਨੂੰ ਕੰਬਾਈਨ ਕਰੂੰ ਮਤਲਬ ਮਲਟੀਪਲਾਈ ਕਰੂੰ ਤਾਂ ਪ੍ਰੋਪੋਰਸ਼ਨਲ ਟੂ ਚਾਰਜ ਅਪੋਨ ਟਾਈਮ। ਹੁਣ ਇਹ ਪ੍ਰੋਪੋਰਸ਼ਨੈਲਿਟੀ ਹਟਾਉਣ ਲਈ ਮੈਨੂੰ ਇਕੁਅਲ ਟੂ ਲਾਉਣ ਲਈ ਇੱਕ ਕੌਨਸਟੈਂਟ ਨਾਲ ਲਾਉਣਾ ਪਊਗਾ ਤੇ ਉਹ ਕੌਨਸਟੈਂਟ ਦੀ ਵੈਲਿਊ ਮੈਂ k ਦੀ ਵੈਲਿਊ 1 ਮੰਨ ਲੈਣਾ ਅਪਰੋਕਸੀਮੇਟ। ਤਾਂ ਮੇਰੇ ਕੋਲ ਕਰੰਟ ਦਾ ਫਾਰਮੂਲਾ ਬਣ ਗਿਆ ਕਰੰਟ is equal to charge upon time। ਤਾਂ ਇਹ ਬੇਟਾ ਜਿਹੜਾ ਫਾਰਮੂਲਾ ਮੇਰੇ ਕੋਲ ਬਣਿਆ ਤਾਂ ਇਹ ਚ ਦੋਨੇ ਫੈਕਟਰ ਜਿਨ੍ਹਾਂ ਦੀ ਮੈਂ ਡੈਫੀਨੇਸ਼ਨ ਚ ਗੱਲ ਕੀਤੀ ਆ ਮੈਂ ਇਨਕਲੂਡ ਕੀਤੇ ਨੇ ਤੇ ਉਸੇ ਹਿਸਾਬ ਨਾਲ ਇਨਕਲੂਡ ਕੀਤੇ ਨੇ। ਠੀਕ ਹੈ ਜੀ। ਨੈਕਸਟ ਆਪਾਂ ਇਹਦੇ ਯੂਨਿਟਸ ਦੀ ਗੱਲ ਕਰਦੇ ਹਾਂ। ਵਾਟ ਆਰ ਦਾ ਯੂਨਿਟਸ ਆਫ ਕਰੰਟ? ਕਰੰਟ ਨੂੰ ਪਹਿਲਾਂ ਡਿਨੋਟ ਕਰਦੇ ਹਾਂ ਬੇਟਾ ਆਪਾਂ I ਨਾਲ। ਕਿਹਦੇ ਨਾਲ ਡਿਨੋਟ ਕਰਦੇ ਹਾਂ? I ਨਾਲ। ਚਾਰਜ ਨੂੰ ਡਿਨੋਟ ਕੀਤਾ ਜਾਂਦਾ Q ਨਾਲ, ਟਾਈਮ ਨੂੰ ਡਿਨੋਟ ਕੀਤਾ ਜਾਂਦਾ T ਨਾਲ। ਤਾਂ ਇਹ ਫਾਰਮੂਲਾ ਕਮਿਟ ਟੂ ਮੈਮਰੀ ਕਰ ਲਓ। ਠੀਕ ਹੈ। ਚਲੋ ਕਰੰਟ ਦਾ ਮੈਨੂੰ ਪਤਾ ਨਹੀਂ ਕੀ ਯੂਨਿਟਸ ਨੇ, ਮੈਨੂੰ ਨਹੀਂ ਪਤਾ। ਇਹਦੇ ਮੈਨੂੰ ਪਤਾ ਕੂਲਮ, ਟਾਈਮ ਦੇ ਮੈਨੂੰ ਪਤਾ ਸੈਕਿੰਡ। ਤਾਂ ਇਹ ਹੋ ਗਏ ਕੂਲਮ ਪਰ ਸੈਕਿੰਡ ਔਰ ਕੂਲਮ ਪਰ ਸੈਕਿੰਡ, ਇਸ ਤਰ੍ਹਾਂ ਨਾਲ ਲਿਖਾਂਗੇ ਆਪਾਂ। ਪਰ ਬੇਟਾ ਇਹ ਕੂਲਮ ਪਰ ਸੈਕਿੰਡ ਨੂੰ ਆਪਾਂ ਇਕੱਠਾ ਕਰਕੇ ਇੱਕ ਨਾਮ ਦੇਤਾ ਐਂਪੀਅਰ। ਜੇ ਤੁਸੀਂ ਕਿਤੇ ਐਂਪੀਅਰ ਲਿਖਿਆ ਪੜ੍ਹ ਲਿਆ ਇਹਦਾ ਮਤਲਬ ਤੁਸੀਂ ਗੱਲ ਕਰ ਰਹੇ ਹੋ ਕੂਲਮ ਪਰ ਸੈਕਿੰਡ ਦੀ। ਐਂਪੀਅਰ ਕਿਉਂ ਦੇਤਾ? ਕਿਉਂਕਿ ਬੇਟਾ ਇਲੈਕਟ੍ਰੋਡਾਇਨਾਮਿਕਸ ਦਾ ਫਾਦਰ ਐਂਪੀਅਰ ਨਾਮ ਦਾ ਸਾਇੰਟਿਸਟ ਆ, ਉਹਨੂੰ ਕਿਹਾ ਜਾਂਦਾ। ਉਹਦੇ ਓਨਰ ਦੇ ਵਿੱਚ ਆਪਾਂ ਇਲੈਕਟ੍ਰੋਡਾਇਨਾਮਿਕਸ, ਕਰੰਟ ਇਲੈਕਟ੍ਰਿਸਿਟੀ ਆ ਨਾ ਇਲੈਕਟ੍ਰੋਡਾਇਨਾਮਿਕਸ, ਉਹਦੇ ਓਨਰ ਦੇ ਵਿੱਚ ਆਪਾਂ ਕੂਲਮ ਪਰ ਸੈਕਿੰਡ ਨੂੰ ਐਂਪੀਅਰ ਕਹਿਤਾ। ਠੀਕ ਹੈ ਜੀ। ਤਾਂ ਜਿਹੜਾ ਕਰੰਟ ਦੇ ਯੂਨਿਟਸ ਨੇ ਉਹਨੇ ਐਂਪੀਅਰ ਵਿਚ ਇਜ਼ ਇਕੁਅਲ ਟੂ ਕੂਲਮ ਪਰ ਸੈਕਿੰਡ। ਨਾਓ ਇੱਥੇ ਕੁਐਸਚਨ ਅਰਾਈਜ਼ ਹੁੰਦਾ ਡਿਫਾਈਨ 1 ਐਂਪੀਅਰ। 1 ਐਂਪੀਅਰ ਨੂੰ ਡਿਫਾਈਨ ਕਰੋ। ਡਿਫਾਈਨ 1 ਐਂਪੀਅਰ ਕਰਨਾ ਹੋਊ ਜਦੋਂ ਮੈਂ, ਉਦੋਂ ਮੈਂ ਕੀ ਗੱਲ ਕਰੂੰਗਾ, ਸਾਰੇ ਕਿਤੇ ਵੈਲਿਊ 1 ਪੁੱਟ ਕਰਦਾ। ਕਰੰਟ ਦੇ ਵਿੱਚ 1 ਐਂਪੀਅਰ, ਚਾਰਜ 1 ਕੂਲਮ, ਟਾਈਮ 1 ਸੈਕਿੰਡ। ਇਟ ਮੀਨਸ 1 ampere current may be defined as flow of 1 coulomb of charge through a conductor in 1 second। लो जी अपनी फंडामेंटल डेफिनेशन तो आप किहदी डेफिनेशन बना ली? 1 एंपीयर की डेफिनेशन बना ली। हुण जे मैं तुहानूं कहां कोई कंडक्टर है उहदे विचों 6 कूलम चार्ज है 3 ਸੈਕਿੰਡ ਦੇ ਵਿੱਚ ਫਲੋ ਕਰਦਾ ਤਾਂ ਅਮਾਊਂਟ ਆਫ ਕਰੰਟ ਕੱਢ ਲਓਗੇ ਤੁਸੀਂ ਵੈਰੀ ਈਜ਼ੀਲੀ ਕਿਉਂਕਿ ਤੁਹਾਨੂੰ ਇਹ ਚੀਜ਼ ਪਤਾ। ਹੁਣ ਮੈਂ ਚਾਰਜ ਕਿੰਨਾ ਕਿਹਾ ਤੁਹਾਨੂੰ? ਮੈਂ ਕਿਹਾ 6 ਕੂਲਮ। ਟਾਈਮ ਕਿੰਨਾ ਕਿਹਾ? 2 ਸੈਕਿੰਡ। ਤਾਂ ਕਰੰਟ ਕਿੰਨਾ ਆਊਗਾ ਬੇਟਾ? ਕਰੰਟ ਆਊਗਾ 3 ਕੂਲਮ ਪਰ ਸੈਕਿੰਡ ਔਰ ਕੂਲਮ ਪਰ ਸੈਕਿੰਡ ਕੀ ਆ? ਐਂਪੀਅਰ। ਤਾਂ ਕਰੰਟ ਆ ਗਿਆ 3 ਐਂਪੀਅਰ। ਹੁਣ ਮੈਂ ਬਾਰ-ਬਾਰ ਚਾਰਜ ਕਰੀ ਜਾਂਦਾ ਪਰ ਮੈਂ ਉੱਥੇ ਇਲੈਕਟ੍ਰੋਨਸ ਵੀ ਲਿਖਿਆ ਸੀਗਾ ਤਾਂ ਮੈਂ ਇਲੈਕਟ੍ਰੋਨਸ ਨੂੰ ਚਾਰਜ ਨਾਲ ਰਿਪਲੇਸ ਕੀਤਾ, ਹਰੇਕ ਵਾਰ ਕੀਤਾ। ਕੀ ਇਲੈਕਟ੍ਰੋਨਸ ਹੀ ਚਾਰਜ ਨੇ ਜਾਂ ਚਾਰਜ ਤੇ ਇਲੈਕਟ੍ਰੋਨ ਚ ਕੀ ਰਿਲੇਸ਼ਨ ਆ? ਇਹਦੀ ਗੱਲ ਕਰਦੇ ਹਾਂ ਆਪਾਂ ਬੇਟਾ। ਇਲੈਕਟ੍ਰੋਨਸ ਚਾਰਜ ਕੈਰੀ ਕਰਦੇ ਨੇ, ਇਲੈਕਟ੍ਰੋਨਸ ਨੈਗੇਟਿਵ ਚਾਰਜ ਕੈਰੀ ਕਰਦੇ ਨੇ ਬੇਟਾ। ਇਲੈਕਟ੍ਰੋਨਸ ਕੈਰੀ ਕਰਦੇ ਨੇ ਨੈਗੇਟਿਵ ਚਾਰਜ ਤੇ ਇੱਕ ਇਲੈਕਟ੍ਰੋਨ ਦੇ ਉੱਤੇ ਕਿੰਨਾ ਨੈਗੇਟਿਵ ਚਾਰਜ ਹੁੰਦਾ ਆਪਾਂ ਦੇਖਦੇ ਹਾਂ। ਇੱਕ ਇਲੈਕਟ੍ਰੋਨ ਦੇ ਉੱਤੇ 1 electron carry 1.6 into 10 raised to the power minus 19 कूलम चार्ज। ਇਹ ਕਿੰਨਾ ਚਾਰਜ ਆ ਪਤਾ? ਚਲੋ ਆਪਾਂ ਥੋੜਾ ਇਮੇਜਿਨ ਕਰਕੇ ਦੇਖਦੇ ਹਾਂ। ਇਹ ਇੰਨਾ ਚਾਰਜ ਆ ਦੇਖੋ 1.6 ਬਾਏ
1 ਦੇ ਨਾਲ 19 ਜ਼ੀਰੋ ਮਾਈਨਸ ਆ ਨਾ ਉੱਪਰ। ਆ ਪੁਆਇੰਟ ਤੋਂ ਕੱਟਿਆ ਹੈਗਾ ਨਾਲ 10 ਹੋਰ ਲਾ ਲਓ, 1 0 ਹੋਰ ਲਾ ਲਓ। ਇਹਨੂੰ ਜੇ ਆਪਾਂ ਪੁਆਇੰਟ ਵਾਲੀ ਫਾਰਮ ਡੈਸੀਮਲ ਚ ਲਿਖੀਏ 0.0000 ਆ ਬਣ ਗਿਆ ਬੇਟਾ। 1 ਇਲੈਕਟ੍ਰੋਨ ਤੇ ਇੰਨਾ ਚਾਰਜ ਹੈ। ਕਿੰਨਾ ਛੋਟਾ ਚਾਰਜ ਹੈ 1 ਇਲੈਕਟ੍ਰੋਨ ਤੇ ਹੁਣ ਆਪਾਂ ਦੇਖਦੇ ਹਾਂ 1 ਕੂਲਮ ਚਾਰਜ ਦੇ ਵਿੱਚ ਕਿੰਨੇ ਇਲੈਕਟ੍ਰੋਨ ਆਉਂਦੇ ਨੇ। ਇਮੇਜਿਨ ਕਰੋ, ਤੁਹਾਨੂੰ ਲੱਗਦਾ ਹੋ ਵੀ ਕਿੰਨੇ ਕੁ ਇਲੈਕਟ੍ਰੋਨ ਦਾ 1 ਕੂਲਮ ਬਣ ਜਾਂਦਾ ਹੋਊਗਾ। ਫਸਟਲੀ ਤੁਹਾਨੂੰ ਲੱਗਦਾ ਹੋਊ 1 ਇਲੈਕਟ੍ਰੋਨ ਦਾ 1 ਕੂਲਮ ਬਣਦਾ, ਪਰ ਆਪਾਂ ਹੁਣ ਗਿਣਤੀ ਦੇਖਦੇ ਹਾਂ ਕਿੰਨੇ ਇਲੈਕਟ੍ਰੋਨਸ ਦਾ 1 ਕੂਲਮ ਬਣਦਾ। ਯੂਨਿਟਰੀ ਮੈਥਡ ਲਾਵਾਂਗੇ ਬੇਟਾ ਆਪਾਂ ਇੱਥੇ। ਆਪਾਂ ਲਿਖਾਂਗੇ, क्वेश्चन है, ये बहुत बार आया बोर्ड के विच क्वेश्चन है, थोड़ा सीधा सीधा इसका आंसर ही याद करना पऊगा वैसे तो, पर मैं थोड़ा कट के दिखाऊं। 1 इलैक्ट्रॉन कैरी 1.6 into 10 power minus 90 कूलम। हाउ मच इलैक्ट्रॉन will constitute 1 कूलम। ये क्वेश्चन आना किन्ने इलैक्ट्रॉन का एक, जिमें 12 केले 12 चीज़ों का एक डजन बनता है ना, उवें आप कहते किन्ने इलैक्ट्रॉन इकट्ठे होकर 1 कूलम बनाओगे। इमेजिन करते हैं आप, चलो देखिए यूनिटरी मैथड लाओ। 1.6 कूलम 1.6 into 10 power minus 19 कूलम कैरी बाय 1 इलैक्ट्रॉन। 1 कूलम कैरी बाय 1 by 1.6 into 10 power minus 19 इलेक्ट्रॉन्स कम्स टू बी। ये माइनस नीचे आ तो ऊपर जाके प्लस हो जाऊगा, ये हो 1 by 1.6 into 10 power 19 इलेक्ट्रॉन्स। इनू सॉल्व करांगे बेटा जो ना आप, तो सॉल्व करके आऊ 0.625 into 10 power into 10 power 19 इलेक्ट्रॉन्स। हुण जी फिजिक्स कहती है, वो कहती है भी डेसीमल तो एक इंटीजर अगे होना चाहिए, 0 नहीं होना चाहिए। तो मैं इत्थे की करूँगा, इत्थे मैं 10 नाल मल्टीप्लाई कर दूँ, इनू 10 नाल डिवाइड कर दूँगा, मल्टीप्लाई करके जिहड़ा 6 है मूरे आ जाऊगा 6.25 ते डिवीजन नाल जिहड़े इत्थे 19 है इत्थे 18 रह जू इंटू 10 पावर 18 इलैक्ट्रॉन्स। बेटा इन्ने इलैक्ट्रॉन्स का 1 कूलम चार्ज बनता। 1 कूलम चार्ज दे विच 6.25 इंटू 10 पावर 18 इलैक्ट्रॉन ने। ये पता किन्ने इलैक्ट्रॉन ने, ये इन्ने इलैक्ट्रॉन ने, देखो 625 बटा 100 गुणा 1 दे नाल 18 जीरो। आ 2 जीरो नाल 2 जीरो कट्टियां गई, ये हो गए 625 दे नाल 16 जीरो। इन्ने इलैक्ट्रॉन मिलके 1 कूलम चार्ज बनाते हैं। तो जदों 1 कूलम चार्ज फ्लो करता, यदा मतलब बेटा इन्ने इलैक्ट्रॉन फ्लो करते हैं। कदे सोचा सी भी इन्ने ज़्यादा इलैक्ट्रॉन सिर्फ 1 कूलम दे विच? अनइमैजिनेबल है चीज़, बहुत वड्डा हुंदा 1 कूलम, आपां नूं बहुत छोटा लगदा। हुण ये 1 कूलम है, ये इन्ने इलैक्ट्रॉन इकट्ठे 1 सेकंड दे विच जे मूव करनगे तो आप कहांगे भी 1 कूलम चार्ज है जी। इजंट इट अमेजिंग। तो हुण इन्हां नूं मूव कौन कराउंदा? वट टेंड टू मूव इलैक्ट्रॉन्स, these much of electrons in one direction in a conductor। ये कौन कराउंदा बेटा? जदों भी आपां तार दे विचों इलैक्ट्रॉन फ्लो कराउणे, मतलब करंट कोई कड्ढना हुंदा, तो आपां नूं एक सोर्स की लोड़ पैंदी आ। सोर्स ज़्यादातर की हुंदा? वो सोर्स ज़्यादातर सैल हुंदा। की हुंदा वो? सैल। तो एक सैल है जिहड़ा एक तरह की फोर्स लाउंदा, जिन्हों आपां EMF कहने आ। सैल प्रोवाइड अ फोर्स, जिन्हों EMF कहने आ बेटा, इलैक्ट्रोमोटिव फोर्स।
ਇਲੈਕਟ੍ਰੋਮੋਟਿਵ ਫੋਰਸ। ਇਹ ਇਲੈਕਟ੍ਰੋਮੋਟਿਵ ਫੋਰਸ ਆ ਇਲੈਕਟ੍ਰੋਨਸ ਨੂੰ ਮੋਟੀਵੇਟ ਕਰਨ ਵਾਲੀ ਫੋਰਸ, ਜਿਹੜੀ ਇਲੈਕਟ੍ਰੋਨਸ ਨੂੰ ਮੋਟੀਵੇਟ ਕਰਦੀ ਆ ਟੂ ਮੂਵ ਫਰੋਮ ਵਨ ਪਲੇਸ ਟੂ ਅਨਦਰ ਪਲੇਸ ਇਨ ਅ ਕੰਡਕਟਰ। ਉਹ ਕੌਣ ਪ੍ਰੋਵਾਈਡ ਕਰਦਾ? ਉਹ ਬੇਟਾ ਸੈੱਲ ਪ੍ਰੋਵਾਈਡ ਕਰਦਾ। ਤੇ ਸੈੱਲ ਦਾ ਕੰਮ ਹੈ ਫਲੋ ਆਫ ਇਲੈਕਟ੍ਰੋਨ ਕਰਵਾਉਣਾ। ਤਾਂ ਕਰੰਟ ਦਾ ਕਾਜ਼ ਕੀ ਹੋ ਗਿਆ? ਵਾਟ ਇਜ਼ ਦਾ ਕਾਜ਼ ਆਫ ਕਰੰਟ? ਦੈਟ ਸੈੱਲ ਇਜ਼ ਅ ਕਾਜ਼ ਆਫ ਕਰੰਟ। ਉਹ ਸੈੱਲ ਕੀ ਪ੍ਰੋਵਾਈਡ ਕਰਦਾ, ਇਹਦੇ ਬਾਰੇ ਆਪਾਂ ਨੈਕਸਟ ਚੈਪਟਰ ਦੇ ਵਿੱਚ ਗੱਲ ਕਰਦੇ ਹਾਂ। ਥੈਂਕ ਯੂ। ਅਗਲਾ ਚੈਪਟਰ